फिर उन्हें गलती नहीं की तो उत्थे घिरी भी काहदे वास्ते थी। गलती असी की थी जी, नहीं घेरी भी थी। जो उन्हें गलती की भी थी ताहे घेरी। फिर जद उन्हें माफी सॉरी कहा ताहे असी छड्डी। जद पहला वो मनदी ना थी, जद उन मन्नी है, जद वो आके सानू कहंदे ते उहदे बंदे भी तुसी दो बीबियां भेज दो। दो बीबियां किहने सद्दियां तियां? उन्हें ही सद्दियां होणियां, किसी होर ने तो नहीं सद्दियां। जद असी दो बीबियां गईयां, उन्हें सॉरी कहा। सॉरी कह के उन्हें कहा तुसी मेरियां मावां है। उन मेरे मूँह नूं प्यार किया, मैं भी उन्होंने प्यार किया। भई एक शब्द गलत ना साडे वास्ते बोली। अज ते बाद ਜਿਹੜੇ बोले वो बोले, ਉਹਦੀ ਤੈਨੂੰ सॉरी मंग ਲਈ, ਤੈਨੂੰ माफ़ करता, तू भी साड़ियां ਧੀਆਂ वर्गी है। नहीं तो हुण करूँगे जी एयरपोर्ट जिथा मर्जी चल जावे। जिदण सानू पता लग गया ना भई वो इस वेले एयरपोर्ट नूं जा रही है, असी एयरपोर्ट का भी घेरा पावांगे, जहाज भी उन्होंने चढ़न नहीं देवांगे। की सलाह की दोगे उन्होंने? यही देवांगे भी जेड़ा तू झूठ बोलदी है, सॉरी कह के मुकरदी है, वो उन्होंने पुछना भी तैं कीती थी सॉरी कि नहीं कीती थी, फिर करावांगे। फिर जहाज दा विच नहीं बिठा के उपर बिठा के करावांगे उत्ते सॉरी। बाद च तुसीं उन्हें प्यार? हाँ जी प्यार किया। उन्हें सानू किया, कहंदी सॉरी तुसी मेरियां मावां है। असीं कहा तू भी साडी धी है, पर अज ते बाद साडे बारे ते शब्द नहीं माड़ा मूँह ते निकलना चाहिए। देखो कल तकरीबन 1.5 ਤੋਂ 2 ਘੰਟੇ ਬੁੰਗਾ ਸਾਹਿਬ ਕੀਰਤਪੁਰ ਸਾਹਿਬ ਦੇ ਬਿਲਕੁਲ ਲਾਗੇ ਕੰਗਣਾ ਰਣੌਤ ਨੂੰ 2 ਘੰਟੇ ਦੇ ਕਰੀਬ ਜਿਹੜਾ ਗੱਡੀ ਦੇ ਵਿੱਚ ਬਿਠਾ ਕੇ ਰੱਖਿਆ ਗਿਆ। ਪਰ ਜੇ ਅੱਜ ਉਹ ਕਹਿੰਦੀ ਹੈ ਕਿ ਮੈਂ ਉੱਥੇ ਮਾਫੀ ਨਹੀਂ ਮੰਗੀ, ਅਸੀਂ ਉਸ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸੌਰੀ ਸ਼ਬਦ ਦਾ ਅਰਥ ਕੀ ਹੁੰਦਾ ਹੈ। ਕਿਉਂਕਿ ਅਸੀਂ ਜਿਹੜੇ ਕਿਸਾਨ ਹੈ, ਜ਼ਿਆਦਾਤਰ ਸਾਡੇ ਬਾਰੇ ਪ੍ਰਚਾਰ ਕੀਤਾ ਗਿਆ ਹੈ ਕਿ ਇਹ ਕਿਸਾਨ ਅਨਪੜ੍ਹ ਨੇ, ਇਹ ਜੀਣਾ ਨਹੀਂ ਪਾ ਸਕਦੇ। ਪਰ ਅੱਜ ਕੱਲ੍ਹ ਦੇ ਕਿਸਾਨ ਹੈ ਜਿਹੜੇ ਪੜ੍ਹੇ ਲਿਖੇ ਵੀ ਨੇ, ਇੰਟੈਲੀਜੈਂਟ ਵੀ ਨੇ। ਕਿਉਂਕਿ ਸਾਡੀ ਇੰਟੈਲੀਜੈਂਸੀ ਨੇ ਕੱਲ੍ਹ ਪੂਰੇ ਸਰਕਾਰ ਦੀ ਇੰਟੈਲੀਜੈਂਸੀ ਫੇਲ ਕਰਕੇ ਰੱਖ ਦਿੱਤੀ। ਕਿਉਂਕਿ ਸਾਡੀ ਇੰਟੈਲੀਜੈਂਸੀ ਮੁਤਾਬਕ ਅਸੀਂ ਉਹਦਾ ਵੱਡੇ ਪੱਧਰ 'ਤੇ ਜਿਹੜਾ ਘਿਰਾਓ ਕਰਨ ਵਿੱਚ ਕਾਮਯਾਬ ਹੋਏ ਹਾਂ। ਤੇ ਅਸੀਂ ਉਸ ਬੀਬਾ ਨੂੰ ਪੁੱਛਣਾ ਚਾਹੁੰਦੇ ਹਾਂ ਕਿ 1.5 ਤੋਂ 2 ਘੰਟੇ ਅਗਰ ਤੂੰ ਰੁਕੀ ਹੈ, ਉਸ ਸਮੇਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਤੇ ਬਹੁਤ ਦਬਾਅ ਪਾਇਆ ਗਿਆ ਕਿ ਇਸ ਨੂੰ ਜਾਣ ਦਿੱਤਾ ਜਾਵੇ। ਪਰ ਅਸੀਂ ਇੱਕ ਹੀ ਮੰਗ ਤੇ ਅੜੇ ਰਹੇ ਹਾਂ ਕਿ ਜਦੋਂ ਤੱਕ ਕੰਗਣਾ ਰਣਾਵਤ ਸਾਡੀਆਂ ਬੀਬੀਆਂ ਤੋਂ ਮਾਫੀ ਨਹੀਂ ਮੰਗਦੀ, ਉਸ ਨੂੰ ਇੱਥੋਂ ਨਹੀਂ ਜਾਣ ਦਿੱਤਾ ਜਾਵੇਗਾ ਕਿਸੇ ਵੀ ਕੀਮਤ ਦੇ ਉੱਤੇ। ਜਦੋਂ 2 ਘੰਟੇ 1.5-2 ਘੰਟੇ ਉੱਥੇ ਬੈਠਣ ਤੋਂ ਬਾਅਦ ਉਹਨੇ ਮਾਹੌਲ ਦੇਖਿਆ ਕਿ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ, ਤੇ ਉਹਨਾਂ ਨੇ ਕਿਹਾ ਕਿ ਆਪਣੀਆਂ 2 ਬੀਬੀਆਂ ਨੂੰ ਤੁਸੀਂ ਸਾਡੇ ਕੋਲ ਭੇਜ ਦੇਵੋ, ਅਸੀਂ ਉਹ ਤੋਂ ਮਾਫੀ ਮੰਗਵਾ ਦਿੰਦੇ ਹਾਂ। ਤੇ ਸਾਡੀਆਂ ਬੀਬੀਆਂ ਨੂੰ ਕੋਲ ਬੁਲਾ ਕੇ ਉਹਨੇ ਹੱਥ ਫੜ ਕੇ ਮਾਫੀ ਮੰਗੀ ਹੈ, ਕਿਹਾ ਕਿ ਸੌਰੀ ਤੁਸੀਂ ਸਾਡੀਆਂ ਮਾਤਾ ਮਾਵਾਂ ਵਰਗੀਆਂ ਹੋ, ਤੇ ਮੈਂ ਸੌਰੀ ਫੀਲ ਕਰਦੀ ਹਾਂ। ਤੇ ਅੱਗੇ ਤੋਂ ਮੈਂ ਜੋ ਸ਼ਬਦ ਬੋਲੇ ਸੀ ਉਹ ਸ਼ਹੀਨ ਬਾਗ ਵਾਲੀਆਂ ਵਾਸਤੇ ਬੋਲੇ ਸੀ। ਪਰ ਅਸੀਂ ਬੀਬਾ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਚਾਹੇ ਸ਼ਹੀਨ ਬਾਗ ਦੇ ਵਿੱਚ ਸੰਘਰਸ਼ ਕਰ ਰਹੀਆਂ ਸਾਡੀਆਂ ਮਾਤਾਵਾਂ ਹੋਣ, ਚਾਹੇ ਪੰਜਾਬ ਦੀਆਂ ਬੀਬੀਆਂ ਹੋਣ, ਸਾਰੀਆਂ ਮਾਤਾਵਾਂ ਇੱਕ ਸਮਾਨ ਹੁੰਦੀਆਂ ਨੇ। ਕਿਸੇ ਵੀ ਸਟੇਟ ਦੀਆਂ ਮਾਵਾਂ ਨੂੰ ਤੁਸੀਂ ਗਲਤ ਨਹੀਂ ਠਹਿਰਾ ਸਕਦੇ। ਇਸ ਕਰਕੇ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਅਸੀਂ ਤੁਹਾਨੂੰ ਚੇਤਾਵਨੀ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ੁਬਾਨ ਨੂੰ ਸੁਧਾਰੋ। ਅਗਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਵੀ ਸਾਡੀ ਮਾਤਾ ਨੂੰ, ਚਾਹੇ ਉਹ ਮੁਸਲਮਾਨ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਤੁਸੀਂ ਗਲਤ ਬਿਆਨਬਾਜ਼ੀ ਕਰੋਗੇ ਤਾਂ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਤੁਹਾਡਾ ਵੱਡੇ ਪੱਧਰ 'ਤੇ ਜਿਹੜਾ ਘਿਰਾਓ ਕੀਤਾ ਜਾਵੇਗਾ। ਹੋ ਸਕਦਾ ਤੁਹਾਡੇ ਮਨ ਵਿੱਚ ਇਹ ਵਿਚਾਰ ਹੋਵੇ ਕਿ ਅਸੀਂ ਸੜਕਾਂ ਤੋਂ ਜਾਣਾ ਬੰਦ ਕਰ ਦੇਵਾਂਗੇ, ਪਰ ਅਸੀਂ ਤੁਹਾਨੂੰ ਇਹ ਵੀ ਚੇਤਾਵਨੀ ਦਿੰਦੇ ਹਾਂ ਕਿ ਜੇ ਤੁਸੀਂ ਸੜਕਾਂ 'ਤੇ ਨਹੀਂ ਆਏ ਤਾਂ ਅਸੀਂ 에ਅਰਪੋਰਟ ਤੋਂ ਚੜ੍ਹਨ ਤੋਂ ਵੀ ਤੁਹਾਨੂੰ ਰੋਕਾਂਗੇ ਉੱਥੇ। ਸੋ ਆਉਣ ਵਾਲੇ ਸਮੇਂ ਵਿੱਚ ਆਪਣੀ ਜ਼ੁਬਾਨ 'ਤੇ ਲਗਾਮ ਲਗਾ ਕੇ जो भी बोलना ध्यान ना बोलो। फिर उन्हें गलती नहीं की तो उत्थे घिरी भी काहदे वास्ते थी। गलती असी की थी जी, नहीं घेरी भी थी। जो उन्हें गलती की भी थी ताहे घेरी। फिर जद उन्हें माफी सॉरी कहा ताहे असी छड्डी। जद पहला वो मनदी ना थी, जद उन्होंने मन्नी है, जद वो आके सानू कहंदे ते उहदे बंदे भी तुसी दो बीबियां भेज दो। दो बीबियां किहने सद्दियां तियां? उन्हें ही सद्दियां होणियां, किसी होर ने तो नहीं सद्दियां। जद असी दो बीबियां गईयां, उन्हें सॉरी कहा। सॉरी कह के उन्हें कहा तुसी मेरियां मावां है। उन्हें मेरे मूँह नूं प्यार किया, मैं भी उन्होंने प्यार किया। भई एक शब्द गलत ना साडे वास्ते बोली। अज ते बाद ਜਿਹੜੇ बोले वो बोले, ਉਹਦੀ ਤੈਨੂੰ सॉरी मंग ਲਈ, ਤੈਨੂੰ माफ़ करता, तू भी साड़ियां ਧੀਆਂ वर्गी है। नहीं तो हुण करूँगे जी एयरपोर्ट जिथा मर्जी चल जावे। जिदण सानू पता लग गया ना भई वो इस वेले एयरपोर्ट नूं जा रही है, असी एयरपोर्ट का भी घेरा पावांगे, जहाज भी उन्होंने चढ़न नहीं देवांगे। की सलाह की दोगे उन्होंने? यही देवांगे भी जेड़ा तू झूठ बोलदी है, सॉरी कह के मुकरदी है, वो उन्होंने पुछना भी तैं कीती थी सॉरी कि नहीं कीती थी, फिर करावांगे।
ਤੇ ਜਹਾਜ਼ ਦਾ ਵਿੱਚ ਨਹੀਂ ਬਿਠਾ ਕੇ ਉੱਪਰ ਬਿਠਾ ਕੇ ਕਰਾਵਾਂਗੇ ਉਹ ਤੇ ਸੌਰੀ। ਬਾਅਦ ਚ ਤੁਸੀਂ ਉਹਨੂੰ ਪਿਆਰ ਹਾਂਜੀ ਪਿਆਰ ਕੀਤਾ ਉਹਨੇ ਸਾਨੂੰ ਕੀਤਾ, ਕਹਿੰਦੀ ਸੌਰੀ ਤੁਸੀਂ ਮੇਰੀਆਂ ਮਾਵਾਂ ਏ। ਅਸੀਂ ਕਿਹਾ ਤੂੰ ਵੀ ਸਾਡੀ ਧੀ ਹੈ, ਪਰ ਅੱਜ ਤੇ ਬਾਅਦ ਸਾਡੇ ਬਾਰੇ ਤੇ ਸ਼ਬਦ ਨਹੀਂ ਮਾੜਾ ਮੂੰਹ ਤੇ ਨਿਕਲਣਾ ਚਾਹੀਦਾ। ਦੇਖੋ ਕੱਲ ਤਕਰੀਬਨ 1.5 ਤੋਂ 2 ਘੰਟੇ ਬੁੰਗਾ ਸਾਹਿਬ ਕੀਰਤਪੁਰ ਸਾਹਿਬ ਦੇ ਬਿਲਕੁਲ ਲਾਗੇ ਕੰਗਣਾ ਰਣੌਤ ਨੂੰ 2 ਘੰਟੇ ਦੇ ਕਰੀਬ ਜਿਹੜਾ ਗੱਡੀ ਦੇ ਵਿੱਚ ਬਿਠਾ ਕੇ ਰੱਖਿਆ ਗਿਆ। ਪਰ ਜੇ ਅੱਜ ਉਹ ਕਹਿੰਦੀ ਹੈ ਕਿ ਮੈਂ ਉੱਥੇ ਮਾਫੀ ਨਹੀਂ ਮੰਗੀ, ਅਸੀਂ ਉਸ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸੌਰੀ ਸ਼ਬਦ ਦਾ ਅਰਥ ਕੀ ਹੁੰਦਾ ਹੈ। ਕਿਉਂਕਿ ਅਸੀਂ ਜਿਹੜੇ ਕਿਸਾਨ ਹੈ, ਜ਼ਿਆਦਾਤਰ ਸਾਡੇ ਬਾਰੇ ਪ੍ਰਚਾਰ ਕੀਤਾ ਗਿਆ ਹੈ ਕਿ ਇਹ ਕਿਸਾਨ ਅਨਪੜ੍ਹ ਨੇ, ਇਹ ਜੀਣਾ ਨਹੀਂ ਪਾ ਸਕਦੇ। ਪਰ ਅੱਜ ਕੱਲ੍ਹ ਦੇ ਕਿਸਾਨ ਹੈ ਜਿਹੜੇ ਪੜ੍ਹੇ ਲਿਖੇ ਵੀ ਨੇ, ਇੰਟੈਲੀਜੈਂਟ ਵੀ ਨੇ, ਕਿਉਂਕਿ ਸਾਡੀ ਇੰਟੈਲੀਜੈਂਸੀ ਨੇ ਕੱਲ੍ਹ ਪੂਰੇ ਸਰਕਾਰ ਦੀ ਇੰਟੈਲੀਜੈਂਸੀ ਫੇਲ ਕਰਕੇ ਰੱਖ ਦਿੱਤੀ। ਕਿਉਂਕਿ ਸਾਡੀ ਇੰਟੈਲੀਜੈਂਸੀ ਮੁਤਾਬਕ ਅਸੀਂ ਉਹਦਾ ਵੱਡੇ ਪੱਧਰ ਤੇ ਜਿਹੜਾ ਘਿਰਾਓ ਕਰਨ ਵਿੱਚ ਕਾਮਯਾਬ ਹੋਏ ਹਾਂ। ਤੇ ਅਸੀਂ ਉਸ ਬੀਬਾ ਨੂੰ ਪੁੱਛਣਾ ਚਾਹੁੰਦੇ ਹਾਂ ਕਿ 1.5 ਤੋਂ 2 ਘੰਟੇ ਅਗਰ ਤੂੰ ਰੁਕੀ ਹੈ, ਉਸ ਸਮੇਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਤੇ ਬਹੁਤ ਦਬਾਅ ਪਾਇਆ ਗਿਆ ਕਿ ਇਸ ਨੂੰ ਜਾਣ ਦਿੱਤਾ ਜਾਵੇ। ਪਰ ਅਸੀਂ ਇੱਕ ਹੀ ਮੰਗ ਤੇ ਅੜੇ ਰਹੇ ਹਾਂ ਕਿ ਜਦੋਂ ਤੱਕ ਕੰਗਣਾ ਰਣਾਵਤ ਸਾਡੀਆਂ ਬੀਬੀਆਂ ਤੋਂ ਮਾਫੀ ਨਹੀਂ ਮੰਗਦੀ, ਉਸ ਨੂੰ ਇੱਥੋਂ ਨਹੀਂ ਜਾਣ ਦਿੱਤਾ ਜਾਵੇਗਾ ਕਿਸੇ ਵੀ ਕੀਮਤ ਦੇ ਉੱਤੇ। ਜਦੋਂ 2 ਘੰਟੇ 1.5-2 ਘੰਟੇ ਉੱਥੇ ਬੈਠਣ ਤੋਂ ਬਾਅਦ ਉਹਨੇ ਮਾਹੌਲ ਦੇਖਿਆ ਕਿ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ, ਤੇ ਉਹਨਾਂ ਨੇ ਕਿਹਾ ਕਿ ਆਪਣੀਆਂ 2 ਬੀਬੀਆਂ ਨੂੰ ਤੁਸੀਂ ਸਾਡੇ ਕੋਲ ਭੇਜ ਦੇਵੋ, ਅਸੀਂ ਉਹ ਤੋਂ ਮਾਫੀ ਮੰਗਵਾ ਦਿੰਦੇ ਹਾਂ। ਤੇ ਸਾਡੀਆਂ ਬੀਬੀਆਂ ਨੂੰ ਕੋਲ ਬੁਲਾ ਕੇ ਉਹਨੇ ਹੱਥ ਫੜ ਕੇ ਮਾਫੀ ਮੰਗੀ ਹੈ, ਕਿਹਾ ਕਿ ਸੌਰੀ ਤੁਸੀਂ ਸਾਡੀਆਂ ਮਾਤਾਵਾਂ ਵਰਗੀਆਂ ਹੋ ਤੇ ਮੈਂ ਸੌਰੀ ਫੀਲ ਕਰਦੀ ਹਾਂ, ਤੇ ਅੱਗੇ ਤੋਂ ਮੈਂ ਜੋ ਸ਼ਬਦ ਬੋਲੇ ਸੀ ਉਹ ਸ਼ਹੀਨ ਬਾਗ ਵਾਲੀਆਂ ਵਾਸਤੇ ਬੋਲੇ ਸੀ। ਪਰ ਅਸੀਂ ਬੀਬਾ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਚਾਹੇ ਸ਼ਹੀਨ ਬਾਗ ਦੇ ਵਿੱਚ ਸੰਘਰਸ਼ ਕਰ ਰਹੀਆਂ ਸਾਡੀਆਂ ਮਾਤਾਵਾਂ ਹੋਣ, ਚਾਹੇ ਪੰਜਾਬ ਦੀਆਂ ਬੀਬੀਆਂ ਹੋਣ, ਸਾਰੀਆਂ ਮਾਤਾਵਾਂ ਇੱਕ ਸਮਾਨ ਹੁੰਦੀਆਂ ਨੇ। ਕਿਸੇ ਵੀ ਸਟੇਟ ਦੀਆਂ ਮਾਵਾਂ ਨੂੰ ਤੁਸੀਂ ਗਲਤ ਨਹੀਂ ਠਹਿਰਾ ਸਕਦੇ। ਇਸ ਕਰਕੇ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਅਸੀਂ ਤੁਹਾਨੂੰ ਚੇਤਾਵਨੀ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ੁਬਾਨ ਨੂੰ ਸੁਧਾਰੋ। ਅਗਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਵੀ ਸਾਡੀ ਮਾਤਾ ਨੂੰ, ਚਾਹੇ ਉਹ ਮੁਸਲਮਾਨ ਹੋਵੇ, ਈਸਾਈ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਤੁਸੀਂ ਗਲਤ ਬਿਆਨਬਾਜ਼ੀ ਕਰੋਗੇ ਤਾਂ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਤੁਹਾਡਾ ਵੱਡੇ ਪੱਧਰ ਤੇ ਜਿਹੜਾ ਘਿਰਾਓ ਕੀਤਾ ਜਾਵੇਗਾ। ਹੋ ਸਕਦਾ ਤੁਹਾਡੇ ਮਨ ਵਿੱਚ ਇਹ ਵਿਚਾਰ ਹੋਵੇ ਕਿ ਅਸੀਂ ਸੜਕਾਂ ਤੋਂ ਜਾਣਾ ਬੰਦ ਕਰ ਦੇਵਾਂਗੇ, ਪਰ ਅਸੀਂ ਤੁਹਾਨੂੰ ਇਹ ਵੀ ਚੇਤਾਵਨੀ ਦਿੰਦੇ ਹਾਂ ਕਿ ਜੇ ਤੁਸੀਂ ਸੜਕਾਂ ਤੇ ਨਹੀਂ ਆਏ ਤਾਂ ਅਸੀਂ 에ਅਰਪੋਰਟ ਤੋਂ ਚੜ੍ਹਨ ਤੋਂ ਵੀ ਤੁਹਾਨੂੰ ਰੋਕਾਂਗੇ ਉੱਥੇ। ਸੋ ਆਉਣ ਵਾਲੇ ਸਮੇਂ ਵਿੱਚ ਆਪਣੀ ਜ਼ੁਬਾਨ ਤੇ ਲਗਾਮ ਲਗਾ ਕੇ ਜੋ ਵੀ ਬੋਲਣਾ ਧਿਆਨ ਨਾਲ ਬੋਲਣ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ। ਇਮੀਡੀਏਟਲੀ ਰਿਜ਼ਲਟ। ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37467। ਪੜ੍ਹਾਈ 'ਚ ਦਿਲ ਲੱਗਦਾ ਸੀ, ਨੰਬਰ ਚੰਗੇ ਆਉਂਦੇ ਸੀ। ਐਸੀ ਖੋਟੀ ਦੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜੋ ਮਿਲਦੀ ਸੀ। ਬਾਪੂ ਮਜ਼ਦੂਰੀ ਕਰਦਾ, ਬੇਬੇ ਨੂੰ ਮਸਾਂ ਹੀ ਘਰਾਂ 'ਚ ਕੰਮ ਮਿਲਦਾ, ਪਰ ਮੈਂ ਖੁਸ਼ ਸੀ। 10ਵੀਂ 'ਚ ਸਾਈਕਲ ਮਿਲੂਗੀ ਤੇ ਪੋਸਟ ਮੈਟ੍ਰਿਕ ਐਸੀ ਵਜੀਫਾ ਵੀ। ਲੰਬੜਦਾਰਾਂ ਦੀ ਰਾਣੋ ਵਾਂਗ ਇੰਜੀਨੀਅਰ ਬਣਾਂਗੀ। ਪਰ ਸੁਪਨੇ ਹੀ ਰਹਿ ਗਏ। ਸਕਾਲਰਸ਼ਿਪ ਬੰਦ ਹੋ ਗਈ, ਸਕੂਲ ਛੁੱਟ ਗਿਆ, ਸਾਈਕਲ ਮਿਲੀ ਕੋਈ ਨਾ ਤੇ ਫੀਸ ਹੈ ਨਹੀਂ। ਹੁਣ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਨੀ ਆ ਦਿੱਤਾ ਮੈਨੂੰ ਇਸ ਸਰਕਾਰ ਨੇ। ਹੁਣ ਨਹੀਂ, ਮੈਂ ਕਹਿ ਦਿੱਤਾ ਬਾਪੂ ਬੇਬੇ ਨੂੰ, ਐਤਕੀ ਸਬਕ ਸਿਖਾਉਣਾ ਹੈ। ਵੋਟ ਪਾਉਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।